इजाजत ਦੇ ਨਾਲ ਜੀ ਅਸੀਂ ਅੱਜ ਦਾ ਸੈਸ਼ਨ ਅੱਜ ਦੀ ਕਲਾਸ ਸਟਾਰਟ ਕਰਦੇ ਹਾਂ। ਜਿਵੇਂ ਕਿ ਹਰ ਸ਼ਨੀਚਰਵਾਰ ਮੰਗਲਵਾਰ ਅਸੀਂ ਕਿਸੇ ਇੱਕ ਟੌਪਿਕ ਤੇ ਗੁਰਬਾਣੀ ਵਿਚਾਰ ਸਾਂਝਾ ਕਰਦੇ ਹਾਂ ਜੀ। ਤੇ ਅੱਜ ਦਾ ਜਿਹੜਾ ਵਿਸ਼ੇ ਹੈ ਜੀ ਬਸੰਤ ਰੁੱਤ, ਤੇ ਜਿਹੜਾ ਵਿਸ਼ੇ ਸਾਨੂੰ ਭਾਈ ਸਾਹਿਬ ਭਾਈ ਗਿਆਨੀ ਜੀ ਗੁਰਮੁਖ ਸਿੰਘ ਜੀ ਖਾਲਸਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਇਹਨਾਂ ਨੇ ਜੀ ਅੱਜ ਦਾ ਟੌਪਿਕ ਚੂਜ਼ ਕੀਤਾ ਹੈ ਜੀ ਰੁੱਤਾਂ ਵਿੱਚੋਂ ਰੁੱਤ ਬਸੰਤ। ਤੇ ਬਸੰਤ ਦਾ ਬੜਾ ਮਹੱਤਵ ਸਾਡੇ ਜਿਹੜੀ ਸਾਡੀ ਜੀਵਨ ਸ਼ੈਲੀ ਹੈ ਉਹਦੇ 'ਚ ਬਹੁਤ ਅੱਛਾ ਬਸੰਤ ਰਾਗ ਬਸੰਤ ਰੁੱਤ ਦਾ ਬਹੁਤ ਇੰਪੋਰਟੈਂਸ ਹੈ ਜੀ। ਉਹ ਅੱਜ ਅਸੀਂ ਥੋੜ੍ਹਾ ਡਿਟੇਲ ਵਿੱਚ ਗਿਆਨੀ ਜੀ ਤੋਂ ਸਮਝਾਂਗੇ, ਵਿਚਾਰਾਂਗੇ ਤੇ ਸਾਂਝਾ ਕਰਾਂਗੇ ਜੀ। ਤੇ ਅਸੀਂ ਕਲਾਸ ਨੂੰ ਸਟਾਰਟ ਕਰਦੇ ਹਾਂ। ਗਿਆਨੀ ਜੀ, ਓਵਰ ਟੂ ਯੂ, ਲੈਟਸ ਬਿਗਿਨ ਦੀ ਕਲਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੀ। ਦਇਆ ਕਰੋ ਕਿਛ ਮਿਹਰੁ ਪਾਵੋ ਡੁੱਬਦੇ ਪਾਥਰ ਤਾਰੇ। ਜੁਗ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ, ਰਾਜਾ ਨਾ ਰਾਜ ਭਾਨਾ ਨਾ ਭਾਨ ਦੇਵਾ ਨਾ ਦੇਵ, ਉਪਮਾ ਮਹਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਵਿਚਾਰਧਾਰਾ ਦੇ ਨਾਲ ਜੁੜ ਰਹੇ ਗੁਰਸਿੱਖ ਪਿਆਰ ਵਾਲਿਓ, ਸਤਿਗੁਰਾਂ ਦੇ ਪਾਵਨ ਪਵਿੱਤਰ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰ ਫਤਿਹ ਪ੍ਰਵਾਨ ਕਰਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਆਪ ਜੀ ਦੇ ਨਾਲ ਵਿਸ਼ੇ ਦੀ ਸਾਂਝ ਪਾਉਣੀ ਹੈ ਉਹ ਹੈ ਰੁੱਤਾਂ ਅੰਦਰ ਰੁੱਤ ਬਸੰਤ। ਬਸੰਤ ਰੁੱਤ ਦੀ ਜਿਹੜੀ ਗੱਲ ਕੀਤੀ ਹੈ, ਬਸੰਤ ਰਾਗ ਦੀ ਗੱਲ ਆਉਂਦੀ ਹੈ। ਪਹਿਲਾਂ ਅਸੀਂ ਰੁੱਤਾਂ ਦੇ ਬਾਰੇ ਸਮਝਾਂਗੇ ਕਿ ਅਸਲ ਦੇ ਵਿੱਚ ਇਹ ਰੁੱਤਾਂ ਦੀ ਬਣਤਰ ਕਿਵੇਂ ਬਣੀ ਜਾਂ ਇਹਨਾਂ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਨੇ ਸਾਡੇ ਜੀਵਨ ਦੇ ਵਿੱਚ। ਤੇ ਗੁਰਬਾਣੀ ਦੇ ਅੰਦਰ ਗੁਰੂ ਪਾਤਸ਼ਾਹ ਨੇ ਬਸੰਤ ਰਾਗ ਜੋ ਗਾਇਨ ਕੀਤਾ ਹੈ ਉਸ ਦੇ ਬਾਰੇ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿ ਗੁਰਮਤਿ ਦੇ ਅਨੁਸਾਰ ਅਸੀਂ ਕੋਸ਼ਿਸ਼ ਕਰੀਏ ਕਿ ਇਹ ਕਦੋਂ ਸ਼ੁਰੂ ਹੋਇਆ ਜਾਂ ਇਹ ਕਦੋਂ ਆਰੰਭਤਾ ਹੁੰਦੀ ਹੈ, ਕਦੋਂ ਇਹਦੀ ਸੰਪੂਰਨਤਾ ਹੁੰਦੀ ਹੈ। ਸਭ ਤੋਂ ਪਹਿਲਾਂ ਜੋ ਸ਼ਬਦ ਆਉਂਦਾ ਹੈ ਰੁੱਤਾਂ ਕੀ ਹਨ। ਅਸਲ ਦੇ ਵਿੱਚ ਰੁੱਤ ਮੱਧ ਕਾਲ ਵਿੱਚ ਪ੍ਰਚਲਿਤ ਇੱਕ ਵਿਸ਼ੇਸ਼ ਕਾਵਿ ਰੂਪਾਂਤਰਕ ਹੈ। ਇਸਦਾ ਪੁਰਾਣਾਂ ਦੇ ਅੰਦਰ ਨਾਮ ਖਟ ਰਿਤੂ ਵਰਣਨ ਸੀ। ਇਸ ਰੂਪਾਕਾਰ ਵਿੱਚ ਮਨੁੱਖਾਂ ਦੇ ਦੁੱਖ ਸੁੱਖ ਦਾ ਵਰਣਨ ਰੁੱਤਾਂ ਦਾ ਜੋੜ ਕੇ ਕੀਤਾ ਜਾਂਦਾ ਸੀ। ਇਹ ਵਰਣਨ ਕੁਝ ਅੰਤਰ ਨਾਲ ਸਾਲ ਦੇ 12 ਮਹੀਨਿਆਂ ਨਾਲ ਜੁੜ ਕੇ 12 ਮਾਹ ਦੇ ਕਾਵ ਰੂਪਾਕਾਰ ਦੀ ਤਬਦੀਲ ਹੋਇਆ। ਪ੍ਰਤੀਤ ਹੁੰਦਾ ਹੈ ਕਿ ਲੋਕ ਕਾਵ ਦੇ ਇਸ ਲੋਕਪ੍ਰਿਯ ਰੂਪ ਨੂੰ ਸੰਸਕ੍ਰਿਤ ਕਵੀਆਂ ਨੇ ਅਮੀਰ ਪਰੰਪਰਾ ਤੱਕ ਜੁੜਿਆ ਵੇਖਿਆ ਜਾ ਸਕਦਾ ਹੈ। ਅਸਲ ਦੇ ਵਿੱਚ ਰੁੱਤਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ। ਰੁੱਤਾਂ ਜਾਂ ਰੁੱਤੀ ਜਾਂ ਖਟ ਰਿਤੂ ਵਰਣਨ ਦਾ ਆਧਾਰ 6 ਰੁੱਤਾਂ ਹਨ। ਅੱਜ ਅਸੀਂ ਗਰਮੀ, ਸਰਦੀ, ਬਰਸਾਤ ਤੇ ਬਹਾਰ ਦੀਆਂ 4 ਰੁੱਤਾਂ ਨੂੰ ਹੀ ਪ੍ਰਚਲਿਤ ਤੌਰ ਦੇ ਉੱਤੇ ਮੰਨਦੇ ਹਾਂ, ਪਰ ਭਾਰਤੀ ਪਰੰਪਰਾ ਸਾਲ ਦੇ 12 ਮਹੀਨਿਆਂ ਨੂੰ 2-2 ਮਹੀਨਿਆਂ ਦੀਆਂ 6 ਜੁੱਟਾਂ ਨੂੰ ਵੰਡ ਕੇ 6 ਰੁੱਤਾਂ ਦਾ ਪ੍ਰਬੰਧ ਸਿਰਜਦੀ ਹੈ। ਇਸ ਪ੍ਰਬੰਧ ਨੂੰ ਚੇਤ ਵਿਸਾਖ, ਜੋ ਸ਼ੁਰੂਆਤ ਤੌਰ ਦੇ ਉੱਤੇ ਚੇਤ ਵਿਸਾਖ ਨੂੰ ਬਸੰਤ ਰੁੱਤ ਹੈ। ਪਹਿਲਾ ਜਿਹੜਾ ਮਹੀਨੇ ਆਰੰਭਤਾ ਜਿਹੜੀ ਹੈ ਇਹ ਚੇਤ ਦੇ ਮਹੀਨੇ ਤੋਂ ਆਰੰਭ ਹੁੰਦੀ ਹੈ। ਚੇਤ ਤੇ ਵਿਸਾਖ ਨੂੰ ਬਸੰਤ ਰੁੱਤ ਹੈ ਆਖਿਆ ਜਾਂਦਾ ਹੈ। ਜੇਠ ਤੇ ਹਾੜ ਨੂੰ ਗ੍ਰੀਸ਼ਮ ਜਾਂ ਗਰਮੀ ਦੀ ਰੁੱਤ ਦੇ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਹੈ। ਸਾਉਣ ਤੇ ਭਾਦੋਂ ਦੀ ਰੁੱਤ ਨੂੰ ਵਰਖਾ ਰੁੱਤ ਵੀ ਜਾਂ ਵਰਸ਼ਾ ਰੁੱਤ ਵੀ ਆਖਿਆ ਜਾਂਦਾ ਹੈ। ਅੱਸੂ ਤੇ ਕੱਤੇ ਦੀ ਜਿਹੜੀ ਸਰਦੀ ਦੀ ਰੁੱਤ ਵੀ ਮੰਨਿਆ ਜਾਂਦਾ ਹੈ। ਮੱਘਰ ਤੇ ਪੋਹ ਨੂੰ ਹੇਮਵੰਤ
ਜਾਂ ਹਿਮੰਤ ਵੀ ਆਖਿਆ ਜਾਂਦਾ ਹੈ। ਮਾਘ ਤੇ ਫੱਗਣ ਨੂੰ ਸ਼ਿਸ਼ਿਆਰ ਜਾਂ ਸਰਦ ਰੁੱਤ ਵੀ ਆਖਿਆ ਜਾਂਦਾ ਹੈ। ਰੁੱਤਾਂ ਦਾ ਵਿਸਤ੍ਰ ਮਹਾਕਾਵ ਦੇ ਰੂਪ ਦੇ ਅੰਦਰ ਵਿਸ਼ੇਸ਼ ਲੱਛਣ ਮੰਨਣ ਦੇ ਪਰੰਪਰਾ ਭਾਰਤੀ ਕਾਵਿ ਸ਼ਾਸਤਰ ਵਿੱਚ ਹੈ। ਪੁਰਾਤਨ ਕਵੀਆਂ ਆਪਣੇ ਨਾਇਕ ਤੇ ਨਾਇਕਾਂ ਦੀਆਂ ਖੁਸ਼ੀਆਂ ਤੇ ਗਮੀਆਂ ਨੂੰ ਰੁੱਤਾਂ ਨਾਲ ਜੋੜ ਕੇ ਚਿਤਰਦੇ ਹਨ। ਮਹਾਕਵੀ ਕਾਲੀਦਾਸ ਤੇ ਮਹਾਕਾਵ ਰਘੁਵੰਸ਼ ਵੀ ਇਹਨਾਂ ਨੂੰ ਖਟ ਰਿਤੂ ਵਰਣਨ ਇਸੇ ਉਦੇਸ਼ ਦੀ ਪੂਰਤੀ ਕਰਕੇ ਕਰਦੇ ਹਨ। ਰਿਤੂ ਸੰਸਾਰ ਵਿੱਚ ਕਾਲੀਦਾਸ ਦੇ ਪ੍ਰਤੀ ਕਿਰਿਆ ਨੂੰ ਚਿਤਰਨ ਪਿੱਠ ਭੂਮੀ ਦੇ ਆਮ ਤੌਰ ਤੇ ਪ੍ਰੇਮੀ ਪ੍ਰੇਮਿਕਾ ਦੇ ਮਨੋਸਥਿਰ ਦੀ ਵਿਵਸਥਾ ਦੀ ਗੱਲ ਕੀਤੀ ਹੈ। ਲੇਕਿਨ ਗੁਰਬਾਣੀ ਦੇ ਅੰਦਰ ਸੱਚੇ ਪਾਤਸ਼ਾਹ ਨੇ ਇਹਨਾਂ ਰੁੱਤਾਂ ਨੂੰ ਜਿਹੀ ਰੁੱਤ ਕਾਇਆ ਸੁਖ ਦੇਹਾ ਤੇਹੋ ਜਿਹੀ ਦੇਹੀ, ਨਾਨਕ ਰੁੱਤ ਸੁਆਹੀ ਸਾਈ ਬਿਨ ਨਾਮੈ ਰੁੱਤ ਕੇਹੀ। ਸੱਚੇ ਪਾਤਸ਼ਾਹ ਨੇ ਸਾਰੀਆਂ ਰੁੱਤਾਂ ਨੂੰ ਸੁਹਾਵਣੀਆਂ ਦੱਸਦਿਆਂ ਹੋਏ ਆਖਿਆ ਕਿ ਮਨੁੱਖ ਵਾਸਤੇ ਉਹੀ ਰੁੱਤ ਸੋਹਣੀ ਹੈ ਜਿਸ ਰੁੱਤ ਦੇ ਵਿੱਚ ਮਨੁੱਖ ਪ੍ਰਭੂ ਪਰਮਾਤਮਾ ਦਾ ਨਾਮ ਸਿਮਰਨ ਕਰਦਾ ਹੈ। ਜਿਹੀ ਰੁੱਤ ਕਾਇਆ ਸੁਖ ਤੇਹਾ ਤੇਹੋ ਜਿਹੀ ਦੇਹੀ, ਜਿਹੋ ਜਿਹੀ ਰੁੱਤ ਦੇ ਵਿੱਚ ਪ੍ਰਭੂ ਪਰਮਾਤਮਾ ਦਾ ਨਾਮ ਧਿਆਉਂਦਾ ਹੈ ਉਹੀ ਰੁੱਤ ਸੁਹਾਵਣੀ ਹੈ। ਨਾਮ ਸਿਮਰਨ ਤੋਂ ਬਿਨਾਂ ਕੁਦਰਤ ਬਦਲਦੀ ਦਾ ਕੋਈ ਵੀ ਲਾਭ ਨਹੀਂ। ਜਿੰਨੀਆਂ ਮਰਜ਼ੀ ਰੁੱਤਾਂ ਬਦਲ ਜਾਣ ਲੇਕਿਨ ਕੋਈ ਵੀ ਲਾਭ ਨਹੀਂ ਹੋਇਆ ਕਰਦਾ। ਤੇ ਇਹਨਾਂ ਦੇ ਵਿੱਚੋਂ ਜੋ ਮੁੱਖ ਤੌਰ ਦੇ ਉੱਤੇ ਹੈ ਉਹ ਹੈ ਬਸੰਤ ਰਾਗ, ਜੋ ਗੁਰਬਾਣੀ ਦੇ ਅੰਦਰ ਬਸੰਤ ਰਾਗ, ਸੰਸਕ੍ਰਿਤ ਨੂੰ ਵਸੰਤ ਵੀ ਆਖਿਆ ਜਾਂਦਾ ਹੈ। ਬਸੰਤ ਦੀ ਰੁੱਤ, ਬਸੰਤ ਬਹਾਰ, ਜਦੋਂ ਅੱਖਰੀ ਅਰਥ ਵੇਖਦੇ ਹਾਂ ਤੇ ਉਸ ਦੇ ਵਿੱਚ ਚੇਤ ਵਿਸਾਖ ਦੇ ਅੱਧ ਫੱਗਣ ਤੋਂ ਅੱਧ ਵਿਸਾਖ ਤੱਕ, ਜਾਂ ਰੁੱਤ ਆਈਲੇ ਸਰਸ ਬਸੰਤ ਮਾਹੀ, ਜੋ ਕਵੀ ਸੰਤੋਖ ਸਿੰਘ ਜੀ ਹੋਰ ਕਾਨ ਸਿੰਘ ਨਾਭਾ ਜੀ ਹੋਰਾਂ ਨੇ ਜੋ ਮਹਾਨ ਕੋਸ਼ ਦੇ ਅੰਦਰ ਜ਼ਿਕਰ ਕੀਤਾ ਹੈ, ਗੁਰਬਾਣੀ ਦੀ ਪੰਕਤੀ ਨੂੰ ਆਧਾਰ ਬਣਾ ਕਰਕੇ, ਭਾਵ ਕਿ ਆਨੰਦ ਦਾ ਸਮਾਂ ਵਸਦਾ ਹੈ। ਬਸੰਤ ਸਾਧ ਰਸਨਾ, ਗੁਰਮਤਿ ਸੰਗੀਤ ਵਿੱਚ ਜੋ ਬਸੰਤ ਰਾਗ ਹੈ ਉਹ ਦੇ ਵਿੱਚ ਰਾਗ ਹੰਡੋਲ ਦਾ ਪੁੱਤਰ ਯਥਾਰਥ ਗਾਵੇਂ ਸਰਸ ਬਸੰਤ ਕਮੋਦਾ, ਜਾਂ ਜੋ ਰਾਗਮਾਲਾ ਦੇ ਵਿੱਚ ਆਉਂਦਾ ਹੈ, ਹਿੰਡੋਲ ਤੇ ਮਾਲਕ ਕੌਸ ਦਾ ਮੇਲ ਤੋਂ ਬਣਦਾ ਹੈ। ਪਰੰਤੂ ਸ਼ਿਵ ਮਤ, ਕਾਲੀ ਨਾਥ ਮਤ, ਸਿੱਧ ਮਤ ਇਸ ਵਿੱਚ ਖਾਲਸ ਰਾਗ ਮੰਨਦੇ ਹਨ। ਆਮ ਤੌਰ ਦੇ ਉੱਤੇ ਦੋ ਰਾਗਾਂ ਦਾ ਸਮੂਹ ਹੈ, ਲੇਕਿਨ ਜੋ ਗੁਰਮਤਿ ਸੰਗੀਤ ਦੇ ਵਿੱਚ ਬਸੰਤ ਰਾਗ ਸੰਪੂਰਨ ਰਾਗ ਮੰਨਿਆ ਗਿਆ ਹੈ। ਇਸ ਦੀਆਂ 5 ਕਿਸੇ ਨੇ 6 ਰਾਗਣੀਆਂ ਵੀ ਮੰਨੀਆਂ ਹਨ। ਸੰਗੀਤ ਵਿਨੋਦ ਤੇ ਬੁੱਧ ਪ੍ਰਕਾਸ਼ ਦਰਪਣ ਵਿੱਚ ਹਿੰਡੋਲ ਰਾਗਣੀ ਮੰਨੀ ਗਈ ਹੈ, ਜਿਸ ਵਿੱਚ ਦਰਬਾਰੀ ਕਾਨੜਾ ਵਿਪਾਸ ਭੈਰੋ ਦਾ ਮੇਲ ਹੈ। ਪਰੰਤੂ ਗੁਰਮਤਿ ਸੰਗੀਤ ਵਿੱਚ ਬਸੰਤੀ ਨਾਂ ਦੀ ਰਾਗਣੀ ਸ਼੍ਰੀ ਰਾਗ ਵਿੱਚ ਰਾਗਣੀ ਵੀ ਮੰਨੀ ਹੈ। ਬਸੰਤ ਸੰਦੂਰ ਸੁਹਾਵਹੀ। ਮੇਰੀ ਆਵਾਜ਼ ਆ ਰਹੀ? ਹਾਂਜੀ ਹਾਂਜੀ ਵੀਰ ਜੀ ਆ ਰਹੀ ਹੈ, ਬਿਲकुल आ रही है। संगत ਨੂੰ ਬੇਨਤੀ ਆਪਣਾ ਮਿਊਟ ਕਰ ਦਿਓ ਜੀ, ਬਾਕੀ ਸਾਰੇ। ਆਵਾਜ਼ ਆ ਰਹੀ ਹੈ? ਹਾਂਜੀ ਗਿਆਨੀ ਜੀ ਆਵਾਜ਼ ਆ ਰਹੀ ਹੈ, ਆਪ ਜੀ ਦੀ ਆਵਾਜ਼ ਆ ਰਹੀ ਹੈ। ਮੈਂ ਤੁਸੀਂ ਸਿਸਟਮ ਚ ਕਰ ਰਹੇ ਸੀ ਨਾ, ਮੈਂ ਤਾਂ ਕਰਕੇ ਮੈਂ ਸ਼ਾਇਦ ਮੇਰੀ ਆਵਾਜ਼ ਦੀ ਕੋਈ ਪ੍ਰੋਬਲਮ ਹੈ। ਨਹੀਂ ਆਵਾਜ਼ ਆ ਰਹੀ ਵੀਰ ਜੀ, ਆਵਾਜ਼ ਆ ਰਹੀ ਹੈ। ਵੀਰ ਜੀ ਜਿਹੜੇ 1-2 ਜਾਣੇ ਅਨਮਿਊਟ ਹੈਗੇ ਨੇ ਉਹਨਾਂ ਨੂੰ ਬਸੰਤ ਰਾਗ ਰੁੱਤ ਵਿੱਚ ਗਾਉਂਦੇ ਹਨ। ਇਸ ਦਾ ਮਤਲਬ ਸੀ ਕਿ ਦਰਬਾਰ, ਇਸ ਮਤਲਬ ਲਈ ਸ਼੍ਰੀ ਦਰਬਾਰ ਸਾਹਿਬ ਵਿੱਚ ਸਨਾਤਨ ਦਸਤੂਰ ਦੇ ਅਨੁਸਾਰ ਆਮ ਤੌਰ ਦੇ ਉੱਤੇ ਜੇਕਰ ਅਸੀਂ ਗੁਰਬਾਣੀ ਅਨੁਸਾਰ ਜਾਂ ਰਾਗਾਂ ਅਨੁਸਾਰ ਦੇਖਦੇ ਹਾਂ, ਮੌਸਮੀ ਤਬਦੀਲੀ ਦੇ ਰਾਹੀਂ ਦੇਖਦੇ ਹਾਂ, ਤੇ ਇਹ ਰਾਗ ਜੋ ਹੈ ਉਹ ਚੇਤ ਤੋਂ ਆਰੰਭ ਹੁੰਦਾ ਹੈ। ਲੇਕਿਨ ਜਦੋਂ ਅਸੀਂ ਦਰਬਾਰ ਸਾਹਿਬ ਦੀ ਮਰਿਆਦਾ ਨੂੰ ਦੇਖਦੇ ਹਾਂ ਤੇ ਬਸੰਤ ਰਾਗ ਜਿਹੜੀ ਹੈ ਉਹ ਸਨਾਤਨ ਮਤ ਦੇ ਅਨੁਸਾਰ ਲੋਹੜੀ ਵਾਲੀ ਰਾਤ ਨੂੰ ਪਹਿਲੇ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ
गंज बसंत राग की आगमन की तैयारी लई जोड़ मेला हुंदा है। फिर नावे पातशाह के थड़े के उत्ते कीर्तन ते अरदास हो के बसंत राग मानो पृथ्वी ते आया आरंभ हुंदा है। इस मगरों अमृत वेले दरबार साहिब विखे बसंत राग की आरंभता हुंदी है अते होलियां दी अखीर तक इस तरह रोज जरूर ये राग गाया जाता है। जदों भी कोई भी संगीतकार, जदों कोई रागी साहिबान दरबार साहिब विखे कोई भी शब्द अपने कीर्तन की आरंभता करता है ते पहला शब्द जिहड़ा है वो बसंत राग दे विच गाया जाता है। इस संगीतक हिसाब ते बसंत माघ तो शुरू होके बसंत दा मेला इस महीने ही पैंदा है। बसंत राग असल दे विच पूर्वी थाड़ दी संपूर्ण जाति एक राग है। यह गायन विशेष तौर ते बसंत रुत विच कीता जांदा है। उंज दूजियां रुतां दौरान भी ये गाया जा सकता है अते इस दा गाउण दा समां रात वेले होया करदा है। इस विच दोवें मध्यम सुर अर्थात कोमल ते तीबर लगदे हन। ऋषभ सुर कोमल ते बाकी सारे सुर लगदे हन, शुद्ध सुर लगदे हन। श्री गुरु ग्रंथ साहिब जी महाराज जी दे अंदर ये 25वां राग बसंत राग आउंदा है। इहदी रोही अवरोही इहदे विच जो संस्कृत कीतियां होईयां ने। बसंत दा संस्कृत विच शब्दादिक रूप अर्थ बहार है। इसनूं बसंत पंचमी इसलिए कहा जाता है कि माघ दे 5 तारीख नूं मनाई जाती है, जो आम तौर ते फरवरी दे महीने विच आउंदी है। वेदां विच लिखिया है कि सरस्वती देवी दा दिन है। इस दिन खुशी मनाई जाती है अते सरस्वती देवी की पूजा की जाती है। खुशी दर्शाउण लई नवे कपड़े पहने जाते ने अते पतंगा उड़ाइया जांदियां हन, संगीत आनंद माणिया जाता है। प्राचीन भारत विच पूरे साल इसनूं 6 रुत्तां दे विच वंडिया गया है। उसनूं बसंत लोक सब तो मन चाही रुत सी, जदों फुल्लां दे बहार आउंदी है। खेतां विच सरों दे फुੱਲ चमकण लग जांदे ने। जो कणक ते जौ ਦੀਆਂ ਫਸਲਾਂ ਜਿਹੜੀਆਂ ਨਿਸਰਨ ਲੱਗ ਪੈਂਦੀਆਂ ਨੇ। ਅੰਬਾਂ ਨੂੰ ਬੂਰ ਪੈ ਜਾਂਦੇ ਨੇ। ਹਰ ਪਾਸੇ ਰੰਗ ਬਰੰਗੀਆਂ ਤਿਤਲੀਆਂ ਮੰਡਰਾਉਂਦੀਆਂ ਨੇ। ਬਸੰਤ ਰੁੱਤ ਦਾ ਸਵਾਗਤ ਕਰਨ ਲਈ ਮਾਘ ਮਹੀਨੇ ਦੇ 5ਵੇਂ ਦਿਨ ਬਹੁਤ ਜਸ਼ਨ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ, ਜਿਸ ਨੂੰ ਵਿਸ਼ਨੂੰ ਤੇ ਕਾਮਦੇਵ ਦੀ ਪੂਜਾ ਵੀ ਕੀਤੀ ਜਾਂਦੀ ਹੈ। ਇਸ ਬਸੰਤ ਪੰਚਮੀ ਤਿਉਹਾਰ ਕਿਹਾ ਜਾਂਦਾ ਸੀ। ਸ਼ਾਸਤਰਾਂ ਵਿੱਚ ਬਸੰਤ ਪੰਚਮੀ ਨੂੰ ऋषि पंचमी वजों भी लिखिया गया है, ताकि पुराण शास्त्रां ते अनेकां काव्य ग्रंथां विच वख-वख ढंगां नाल इस दा चित्रण मिलदा है। बसंत पंचमी है तां निरोल अलौकिक त्योहार, पर इस नाल कुछ धार्मिक भाव जोड़े दिते गए हैं। भाव कि इस दे दिन विद्या दी देवी सरस्वती दी पूजा भी कीती जांदी है अते बसंत दे रंग बस्तर ते फुੱਲ चढ़ाउण दे कई सनातन हिंदू इस दिन लक्ष्मी ते विष्णु की पूजा भी करते हैं। इस तिथ नूं तिलां दा तेल मल के इशनान करते हैं अते रंग दा कोई कपड़ा जरूर पहनते हैं ते इह तिथि नूं कामदेव दी रुत भी कह के पूजते हैं। इस तरीके दे नाल रती कामदेव दी पूजा की जाती है। अमृतसर विच पहली वारी बसंत दा मेला 1599 ईस्वी दे विच लगा सी, जो आरंभ हुई सी। श्री गुरु हरगोबिंद साहिब जी महाराज जी गुरु की वडाली तो अमृतसर विखे लियांदा गया सी, जिस समय क्योंकि प्रकाश धन गुरु हरगोबिंद साहिब जी महाराज जी दा जो कि गुरु की वडाली विखे होया सी। लेकिन उस तो बाद कुछ समा गुरुदेव पातशाह धन गुरु अर्जन देव जी महाराज जी ते 6वें पातशाह गुरु हरगोबिंद साहिब जी महाराज जी उत्थे रहे सन ते उस तो बाद सच्चे पातशाह नूं उस जगह तो इस धरती दे उत्ते लियांदा गया सी। जदों आनंदपुर साहिब वाहिगुरू जदों अमृतसर विखे लियांदा गया ते लोकां ने बड़ी खुशी मनाई सी। अमृतसर नेड़े छिहाटे लगे गुरु हरगोबिंद साहिब जी महाराज जी दा छेहाटां वाला खूह विखे बसंत पंचमी दा मेला बड़ी श्रद्धा भावना दे नाल मनाया जाता है। इस दिहाड़े दे नाल नाल एक होर भी दिहाड़ा मनाया जाता है।
ਹਕੀਕਤ ਰਾਏ ਤੇ ਹੋਰ ਦੇਸ਼ ਭਗਤਾਂ ਦੇ ਨਾਂ ਦੇ ਉੱਤੇ ਵੀ ਇਹਨਾਂ ਨੂੰ ਯਾਦ ਕੀਤਾ ਜਾਂਦਾ ਹੈ। ਹਕੀਕਤ ਰਾਏ ਦੀ ਸ਼ਹਾਦਤ ਅਤੇ ਨਾਮਧਾਰੀ ਗੁਰੂ ਰਾਮ ਸਿੰਘ ਜੋ ਬਸੰਤ ਪੰਚਮੀ ਦੇ ਤਿਉਹਾਰ ਨਾਲ ਗੂੜਾ ਸੰਬੰਧ ਹੈ। ਹਕੀਕਤ ਰਾਏ ਦੀ ਸਮਾਧ ਲਾਹੌਰ ਤੋਂ 2 ਮੀਲ ਚੜ੍ਹਦੇ ਵੱਲ ਬਣਾਈ ਗਈ ਹੈ, ਜਿਸ ਤੇ ਬਸੰਤ ਪੰਚਮੀ ਦਾ ਮੇਲਾ ਹਰ ਸਾਲ ਬੜੀ ਧੂਮ-ਧਾਮ ਨਾਲ ਲੱਗਦਾ ਹੈ। ਲਾਹੌਰ ਨਿਵਾਸੀ ਇਸ ਨੂੰ ਪਤੰਗਾਂ ਦਾ ਤਿਉਹਾਰ ਵੀ ਕਹਿ ਕੇ ਮਨਾਉਂਦੇ ਹਨ। ਭਾਰਤ ਦੀ ਆਜ਼ਾਦੀ ਦੇ ਵਿੱਚ ਕੂਕਾ ਲਹਿਰ ਦੇ ਮੋਢੀ ਨਾਮਧਾਰੀ ਰਾਮ ਸਿੰਘ ਦਾ ਜਨਮ, ਜੋ ਕਿ ਫਰਵਰੀ 1816 ਈਸਵੀ ਦੀ ਬਸੰਤ ਪੰਚਮੀ ਨੂੰ ਰਾਤ ਨੂੰ ਹੋਇਆ ਸੀ, ਪਿੰਡ ਭੈਣੀ ਰਾਈਆਂ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਸੀ। ਹਰ ਸਾਲ ਬਸੰਤ ਪੰਚਮੀ ਨੂੰ ਭੈਣੀ ਸਾਹਿਬ ਵਿਖੇ ਉਹਨਾਂ ਦੇ ਜਨਮ ਦੇ ਵਿੱਚ ਵੀ ਉਹ ਲੋਕ ਬੜੇ ਸ਼ਰਧਾ ਭਾਵਨਾ ਦੇ ਨਾਲ ਨਾਮਧਾਰੀ ਪਰੰਪਰਾ ਵਾਲੇ ਉਹਨਾਂ ਨੂੰ ਮਨਾਉਂਦੇ ਨੇ। ਇਹ ਜੋ ਮੇਲਾ ਬਸੰਤ ਦਾ ਆਉਂਦਾ ਹੈ, ਪੰਜਾਬ ਦੇ ਵਿੱਚ ਅਨੇਕਾਂ ਸ਼ਹਿਰਾਂ ਵਿੱਚ ਬਸੰਤ ਪੰਚਮੀ ਦੀ ਰੌਣਕ ਧੂਹਾਂ ਪਾਉਂਦੀ ਹੈ। ਲੋਕ ਪੀਲੇ ਕੱਪੜੇ ਪਾਉਂਦੇ ਨੇ। ਇਹਨਾਂ ਦਿਨਾਂ ਵਿੱਚ ਧਰਤੀ ਮੌਲਦੀ ਹੈ ਅਤੇ ਬਨਸਪਤੀ ਦਾ ਨਵਾਂ ਨਿਖਾਰ ਆਉਂਦਾ ਹੈ। ਸਗੂ ਫੁੱਲ ਫੁੱਟਦੇ ਹਨ। ਖੇਤਾਂ ਵਿੱਚ ਸਰੋਂ ਨੂੰ ਪੀਲੇ ਫੁੱਲ ਪੈਂਦੇ ਨੇ। ਬੜਾ ਹੀ ਮਨਮੋਹਕ ਜਿਹਾ ਨਜ਼ਾਰਾ ਪੇਸ਼ ਕਰਦਾ ਹੈ। ਜਿੱਥੋਂ ਤੱਕ ਨਿਗਾਹ ਪੈਂਦੀ ਹੈ ਉਥੋਂ ਤੱਕ ਫੁੱਲ ਖਿੜੇ ਪਏ ਹੁੰਦੇ ਨੇ। ਪਟਿਆਲਾ ਵਿਖੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਅਤੇ ਅੰਮ੍ਰਿਤਸਰ ਵਿਖੇ ਗੁਰਦੁਆਰਾ ਛਿਹਾਟਾ ਸਾਹਿਬ ਵਿਖੇ ਇਹ ਜੋ ਦਿਹਾੜਾ ਹੈ ਬੜੇ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਸੰਸਕ੍ਰਿਤ ਦ੍ਰਿਸ਼ਟੀ ਤੋਂ ਵੀ ਬਸੰਤ ਪੰਚਮੀ ਬੜੀ ਮਹੱਤਵਪੂਰਨ ਯੋਗਦਾਨ ਹੈ। ਬੱਚਿਆਂ ਦੇ ਅਤੇ ਨੌਜਵਾਨਾਂ ਦੀ ਖੁਸ਼ੀ ਚ ਸਾਂਭਿਆ ਨਹੀਂ ਜਾਂਦਾ। ਤੜਕਸਾਰ ਹੀ ਕੋਠਿਆਂ ਤੇ ਪਤੰਗਾਂ ਉਡਾਉਣੀਆਂ ਸ਼ੁਰੂ ਕਰ ਦਿੰਦੇ ਹਨ। ਪੰਜਾਬੀ ਦੇ ਪ੍ਰਾਪਤ ਲਿਖਤਾਂ ਅਨੁਸਾਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਾਵਿ ਰੂਪ ਵਿੱਚੋਂ ਪਹਿਲੀ ਵਾਰ ਕੀਤੀ ਸੀ। ਉਹ ਖਟ ਰਿਤੂ ਵਰਣ ਰਿਤੂ ਦਾ ਨਾਂ ਲਿਖਿਆ ਗਿਆ ਹੈ। ਉਹਨਾਂ ਨੇ ਦੁਆਰਾ ਰਚਿਤ ਰੁੱਤਾਂ ਦੇ 8 ਕਾਵਿ-ਬੰਧ ਹਨ। ਹਰ ਕਾਵਿ-ਬੰਧ ਵਿੱਚ ਪਹਿਲਾ 2 ਸ਼ਲੋਕ ਹਨ ਤੇ ਉਹਨਾਂ ਦੀ ਰਚਨਾ ਦੇ ਪਹਿਲੇ 2 ਮੰਗਲਾਚਰਨ ਦੇ ਰੂਪ ਦੇ ਅੰਦਰ ਇਸ ਬੰਧ ਨੂੰ 2 ਸ਼ਲੋਕਾਂ ਤੇ ਸੰਤਾਂ ਦੇ ਦੋਵੇਂ ਹੀ ਮੰਗਲਾਚਰਨ ਸਮਰਪਿਤ ਕੀਤੇ ਹਨ। ਅੰਤਮ ਬੰਧ ਵਿੱਚ ਧੰਨਵਾਦ ਕੀਤਾ ਹੈ। ਬੰਧ ਦੇ ਸ਼ਲੋਕ ਸ਼ੰਤ ਦਾ ਧੰਨਵਾਦ ਸੁਰ ਵਿੱਚ ਉਚਾਰੇ ਗਏ ਹਨ। ਵਿਚਕਾਰਲੇ 6 ਕਾਵਿ-ਬੰਧ 6 ਰੁੱਤਾਂ ਦੀ ਗੁਰਦੇਵ ਪਾਤਸ਼ਾਹ ਨੇ ਗੱਲ ਕੀਤੀ ਹੈ। ਅਸਲ ਦੇ ਵਿੱਚ ਸੱਚੇ ਪਾਤਸ਼ਾਹ ਗੁਰਬਾਣੀ ਦੇ ਵਿੱਚ ਜਿੰਨੇ ਵੀ ਉਸ ਸਮੇਂ ਪੁਰਾਤਨ ਸਮਿਆਂ ਤੋਂ ਰੀਤਾਂ ਚੱਲੀਆਂ ਆ ਰਹੀਆਂ ਸਨ ਜਾਂ ਉਸ ਸਮੇਂ ਦੇ ਦੌਰਾਨ ਜੋ ਅਲਾਪ ਕਰਦੇ ਸਨ, ਉਹਨਾਂ ਨੂੰ ਗੁਰਬਾਣੀ ਦਾ ਆਧਾਰ ਰੱਖ ਕੇ ਸੱਚੇ ਪਾਤਸ਼ਾਹ ਨੇ ਲੋਕਾਂ ਦੇ ਵਿੱਚ ਗੁਰਮਤ ਦੇ ਰਾਹੀਂ ਗੱਲ ਸਮਝਾਉਣ ਦੀ ਗੱਲ ਕੀਤੀ ਸੀ। ਸੱਚੇ ਪਾਤਸ਼ਾਹ ਨੇ ਉਹ 6 ਰੁੱਤਾਂ ਦੀ ਗੱਲ ਕਰਦਿਆਂ ਹੋਇਆਂ, ਜਿਵੇਂ ਗ੍ਰੀਖਮ ਬਸੰਤ, ਗ੍ਰੀਖਮ ਬਰਸਾਤ, ਸਰਦੋਤ, ਸ਼ਿਆਰ ਤੇ ਹਿਮਕਰ, ਭਾਰਤੀ ਪਰੰਪਰਾ ਅਨੁਸਾਰ 6 ਰੁੱਤਾਂ ਦਾ ਬ੍ਰਿਤਾਂਤ ਅਧਿਆਤਮਕ ਰੂਪ ਦੇ ਵਿੱਚ ਸੱਚੇ ਪਾਤਸ਼ਾਹ ਨੇ ਸਮਝਾਉਣ ਦੀ ਗੱਲ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਰਾਮਕਲੀ ਰਾਗ ਦੇ ਅੰਦਰ 927 ਪੰਨੇ ਉੱਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਜੋ ਰਚਨਾ ਕੀਤੀ ਹੋਈ ਹੈ ਰੁੱਤੀ, ਉਸ ਦੇ ਅੰਦਰ ਇਸ ਪ੍ਰਕਾਰ ਰੁੱਤਾਂ ਨੂੰ ਪੂਰਨ ਤੌਰ ਦੇ ਉੱਤੇ ਵਰਣਨ ਕੀਤਾ ਹੈ। ਰੁੱਤ ਸਰਸ ਬਸੰਤ ਮਹ ਜੇਠ ਵੈਸਾਖ ਸੁਖ ਮਹ ਜੀਓ। ਕਿ ਜਿਹੜੀ ਪਹਿਲੀ ਰੁੱਤ ਹੈ ਉਹ ਸਰਸ ਜਿਹੜੀ ਬਸੰਤ ਹੈ ਉਹ ਚੇਤ ਤੇ ਵੈਸਾਖ ਦਾ ਮਹੀਨਾ, 2 ਮਹੀਨਿਆਂ ਦਾ ਚੇਤ ਤੇ ਵੈਸਾਖ ਦੀ। ਦੂਸਰੀ ਰੁੱਤ ਦੀ ਗੱਲ ਵੈਸਾਖ ਦੇ ਮਹੀਨੇ ਚ ਹੋਏਗਾ ਕਿ ਹਰ ਜੀਓ ਨਾ ਹੋ ਮਿਲਿਆ ਮੌਲਿਆ ਮਨ ਤਨ ਸਾਸ ਜੀਓ। ਜਦੋਂ ਪ੍ਰਭੂ ਪਰਮਾਤਮਾ ਹਰੇਕ ਨੂੰ ਖਸਮ ਪ੍ਰਭੂ ਪਰਮਾਤਮਾ ਮਿਲ ਜਾਂਦਾ ਹੈ, ਜਿਹੜਾ ਇਸ ਰੁੱਤ ਦੇ ਅੰਦਰ ਪ੍ਰਭੂ ਪਰਮਾਤਮਾ ਦੇ ਗੁਣ ਗਾਉਂਦਾ ਹੈ, ਪਰਮਾਤਮਾ ਦੇ ਨਾਮ ਨੂੰ ਧਿਆਉਂਦਾ ਹੈ, ਤੇ ਉਸ ਪ੍ਰਭੂ ਪਰਮਾਤਮਾ ਮਨ ਤੇ ਤਨ ਹਰੇਕ ਸਾਹ ਦੇ ਅੰਦਰ ਖੁਸ਼ੀ ਖੇੜਾ ਲੈ ਆਉਂਦਾ ਹੈ। ਘਰ ਨਾ ਹੋ ਮਿਲਿਆ ਘਰ ਨਾ ਹੋ ਨਿਸ਼ਚਲ ਆਨੰਦ ਸੁਖ ਸਖੀਏ, ਚਰਨ ਕਮਲ ਪ੍ਰਫੁੱਲਿਆ, ਸੁੰਦਰ ਸੁਗੜ ਸੁਜਾਨ ਬੇਤਾ, ਗੁਣ ਗੋਵਿੰਦ ਅਮੁੱਲਿਆ, ਵਡ ਭਾਗ ਪਾਇਆ ਦੁੱਖ ਗਵਾਇਆ, ਭਈ ਪੂਰਨ ਆਸ ਜੀਓ, ਬਿਨਵੰਤ ਨਾਨਕ ਸ਼ਰਨ ਤੇਰੀ, ਮਿਟੀ ਜਮ ਕੀ ਤਰਾਸ ਜੀਓ।
ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਸੰਤ ਰੁੱਤ ਦੀ ਗੱਲ ਕਰਦਿਆਂ ਹੋਇਆਂ ਸਾਹਿਬਾਂ ਨੇ ਸਮਝਾਉਣਾ ਕੀਤਾ, ਜਦੋਂ ਉਹ ਪਰਿਪੂਰਨ ਪ੍ਰਭੂ ਪਰਮਾਤਮਾ ਹਿਰਦੇ ਘਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਪਰਮਾਤਮਾ ਵਸ ਜਾਂਦਾ ਹੈ ਤੇ ਚਾਰੇ ਪਾਸੇ ਹਿਰਦੇ ਦੇ ਵਿੱਚ ਖਿੜਾਓ, ਹਿਰਦੇ ਦੇ ਅੰਦਰ ਸੁਗੜ ਸਿਆਣਪ ਸੁਜਾਨ ਤਾਂ ਜੀਵਨ ਦੇ ਵਿੱਚ ਆ ਜਾਂਦੀ ਹੈ ਤੇ ਜੀਵ ਦਾ ਹਰ ਸਾਹ ਖੁਸ਼ੀ ਦੇ ਨਾਲ ਮੋਲਿਆ ਹੁੰਦਾ ਹੈ। ਉਹ ਬਸੰਤ ਰੁੱਤ ਦੇ ਅੰਦਰ ਆਨੰਦ ਹੀ ਆਨੰਦ ਪ੍ਰਤੀਤ ਹੁੰਦਾ ਹੈ ਤੇ ਇਹਨਾਂ ਚੇਤ ਤੇ ਵੈਸਾਖ ਦੇ ਮਹੀਨੇ ਸੁੱਖਾਂ ਦੇ ਨਾਲ ਭਰ ਜਾਂਦੇ ਨੇ। ਬਸੰਤ ਖੁਸ਼ੀਆਂ ਤੇ ਖੇੜਿਆਂ ਭਰਪੂਰ ਇਸ ਰੁੱਤ ਨੂੰ ਰੁੱਤਾਂ ਦੀ ਰਾਣੀ ਵੀ ਦਾ ਵੀ ਰੁਤਬਾ ਦਿੱਤਾ ਗਿਆ ਹੈ। ਠੰਡੀਆਂ ਹਵਾਵਾਂ ਵਿੱਚ ਕੋਸਾ ਕੋਸਾ ਨਿੱਘ ਭਰਦਾ ਹੁੰਦਾ ਹੈ। ਹਵਾ ਦੀ ਗਤੀ ਤੇਜ਼ ਤੇ ਹੌਲੀ ਹੋਇਆ ਕਰਦੀ ਹੈ। ਸਰਦੀ ਦੇ ਝੰਬੇ ਜਿਹੜੇ ਰੁੱਖ ਸਨ, ਭਾਵੇਂ ਕਿ ਜਿਹੜੇ ਪੱਤੇ ਝੜ ਜਾਂਦੇ ਨੇ, ਉਹਨਾਂ ਦਰਖਤਾਂ ਦੇ ਉੱਤੇ ਕਰੂੰਬਲਾਂ ਆ ਜਾਂਦੀਆਂ ਨੇ, ਨਵੇਂ ਰੰਗ ਬਿਰੰਗੇ ਪੱਤੇ ਦਰਖਤਾਂ ਦੇ ਉੱਤੇ ਨਿਕਲ ਆਉਂਦੇ ਨੇ। ਚਾਰੇ ਪਾਸੇ ਮਨੁੱਖਾਂ, ਪਸ਼ੂ ਪੰਛੀਆਂ, ਜੀਵ ਜੰਤੂਆਂ ਦੇ ਅੰਦਰ ਨਵੀਂ ਉਮੰਗ ਆਉਂਦੀ ਹੈ ਤੇ ਇਸ ਉਮੰਗ ਨੂੰ ਲੈ ਕਰਕੇ ਉਸ ਪਰਿਪੂਰਨ ਪ੍ਰਭੂ ਪਰਮਾਤਮਾ ਦੇ ਨਾਲ ਜੁੜਨ ਦੀ ਕੋਸ਼ਿਸ਼ ਹੋਇਆ ਕਰਦੀ ਹੈ, ਜਿਹਦੇ ਨਾਲ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਜੋ ਕਿ ਜੁੜਨ ਦੀ ਗੱਲ ਜੀਵਨ ਚ ਆਉਂਦੀ ਹੈ। ਸਨ 1846 ਦੇ ਵਿੱਚ ਜਦੋਂ ਸਭਰਾਓ ਦੀ ਜੰਗ ਸਿੱਖਾਂ ਤੇ ਅੰਗਰੇਜ਼ਾਂ ਵਿਰੁੱਧ ਹੋਈ ਸੀ ਤੇ ਬਸੰਤ ਪੰਚਮੀ ਦੇ ਦਿਨ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਤੇ ਉਹਨਾਂ ਦੀ ਯਾਦ ਵਿੱਚ ਵੀ ਕਈਆਂ ਥਾਵਾਂ ਦੇ ਉੱਤੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਤੇ ਉਸ ਦੇ ਰੂਪ ਦੇ ਵਿੱਚ ਗੁਰਸਿੱਖਾਂ ਨੇ ਉਹਨਾਂ ਨੂੰ ਵੀ ਸ਼ਹਾਦਤ ਨੂੰ ਵੀ ਯਾਦ ਕੀਤਾ ਜਾਂਦਾ। ਗੁਰਦੇਵ ਪਾਤਸ਼ਾਹ ਗੁਰਬਾਣੀ ਚ ਵਚਨ ਹੁੰਦੇ ਨੇ, ਚੜ੍ਹ ਚੇਤ ਬਸੰਤ ਮੇਰੇ ਪਿਆਰੇ ਭਲੀਏ ਰੁੱਤੇ। ਇਹ ਪ੍ਰਭੂ ਪਰਮਾਤਮਾ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਵਚਨ ਨੇ ਕਿ ਹੇ ਪ੍ਰਭੂ ਪਰਮਾਤਮਾ, ਚੇਤ ਦੇ ਮਹੀਨਾ ਚੜਿਆ ਹੈ ਤੇ ਇਸ ਚੇਤ ਦੇ ਮਹੀਨੇ ਦੇ ਵਿੱਚ ਸੋਹਣੀ ਰੁੱਤ ਆਈ ਹੈ। ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸਾਪੁਰੀ ਸੇ ਅਹਨਸ ਫਿਰੇ ਜਲੰਤ। ਇਹ ਪਰਿਪੂਰਨ ਪ੍ਰਭੂ ਪਰਮਾਤਮਾ ਜਿਨ੍ਹਾਂ ਜੀਵ ਰੂਪੀ ਇਸਤਰੀਆਂ ਦੇ ਹਿਰਦਿਆਂ ਘਰਾਂ ਚ ਪ੍ਰਭੂ ਪਰਮਾਤਮਾ ਆ ਜਾਂਦਾ ਹੈ, ਖਿੜ ਜਾਂਦਾ ਹੈ, ਭਾ ਜਾਂਦਾ ਹੈ, ਉਹਨਾਂ ਵਾਸਤੇ ਰੁੱਤ ਸ਼ੋਭਨੀਕ ਹੁੰਦੀ ਹੈ। ਲੇਕਿਨ ਜਿਨ੍ਹਾਂ ਦੇ ਹਿਰਦਿਆਂ ਦੇ ਅੰਦਰ ਪ੍ਰਭੂ ਪਰਮਾਤਮਾ ਨੂੰ ਜੋ ਧਿਆਉਂਦੇ ਨਹੀਂ, ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਉਹ ਐਵੇਂ ਹੀ ਸੰਸਾਰ ਦੇ ਵਿੱਚ ਭਲੀਆਂ ਐਵੇਂ ਹੀ ਤੁਰੇ ਫਿਰਦੇ ਨੇ। ਚੇਤ ਬਸੰਤ ਭਲਾ ਭਵਰ ਸੁਹਾਵੜੇ, ਬਨ ਫੁੱਲੇ ਮੰਝ ਬਾਰ ਮੈਂ ਫਿਰ ਘਰ ਬਾਹੁੜਾ। ਚੇਤ ਦਾ ਮਹੀਨਾ ਅਸਲ ਦੇ ਵਿੱਚ ਅਸੀਂ ਪਤਾ ਨਹੀਂ ਸ਼੍ਰੀ ਹਰਿਮੰਦਰ ਸਾਹਿਬ ਵੇਲੇ ਜੋ ਇਹ ਆਰੰਭਤਾ ਹੋ ਗਈ, ਪਤਾ ਨਹੀਂ ਕਿਹੜੇ ਸੰਦਰਭ ਦੇ ਵਿੱਚ ਲੋਹੜੀ ਤੋਂ ਆਰੰਭ ਹੋ ਗਈ, ਲੇਕਿਨ ਗੁਰਬਾਣੀ ਦੇ ਅੰਦਰ ਜਿੰਨੇ ਵੀ ਪ੍ਰਮਾਣ ਮਿਲਦੇ ਨੇ, ਗੁਰਬਾਣੀ ਦੇ ਅੰਦਰ ਜਿੰਨੇ ਵੀ ਸ਼ਬਦ ਮਿਲਦੇ ਨੇ, ਉਹ ਚੇਤ ਦੇ ਮਹੀਨੇ ਦੇ ਅੰਦਰ, ਚੇਤ ਤੇ ਵੈਸਾਖ ਨੂੰ ਹੀ, ਨਵੇਂ ਸਾਲ ਦੀ ਆਰੰਭਤਾ ਤੇ ਹੀ ਜੋ ਕਿ ਇਹ ਆਰੰਭ ਹੋ ਰਹੀ ਹੈ। ਜੋ ਬਸੰਤ ਰੁੱਤ ਹੈ, ਇਹ ਚੇਤ ਦੇ ਮਹੀਨੇ ਨੂੰ ਹੀ ਆਰੰਭਤਾ ਦਾ ਮੁੱਖ ਵਿਸ਼ਾ ਗੁਰਦੇਵ ਪਾਤਸ਼ਾਹ ਨੇ ਗੁਰਬਾਣੀ ਦੇ ਆਧਾਰ ਦੇ ਉੱਤੇ ਹਰ ਥਾਂ ਦੇ ਉੱਤੇ ਦੇਣਾ ਕੀਤਾ ਹੈ। ਸੱਚੇ ਪਾਤਸ਼ਾਹ ਮਾਹ ਮੁਬਾਰਕੀ ਚੜਿਆ ਸਦਾ ਬਸੰਤ ਮਨ, ਦੂਸਰੀ ਥਾਂ ਹੋਰ ਪ੍ਰਮਾਣ ਹੈ, ਮਨ ਬਸੰਤ ਹਰੇ ਸਭ ਲੋਏ, ਫਲੀਆਂ ਫੁੱਲੀਆਂ ਰਾਮ ਨਾਮ ਸੁਖ ਹੋਏ, ਸਦਾ ਬਸੰਤ ਗੁਰ ਸ਼ਬਦ ਵਿਚਾਰੇ, ਰਾਮ ਨਾਮ ਰਖੈ ਉਰ ਧਾਰੇ। ਮਨ ਬਸੰਤ ਮਨ ਤਨ ਹਰਿਆ ਹੋਏ, ਨਾਨਕ ਇਹ ਤਨ ਬਿਰਖ ਰਾਮ ਨਾਮ ਫਲ ਸੋਏ। ਸੱਚੇ ਪਾਤਸ਼ਾਹ ਨੇ ਅਸਲ ਦੇ ਵਿੱਚ ਬਸੰਤ ਉਹਨਾਂ ਦੀ ਗੱਲ ਕੀਤੀ ਹੈ ਜਿਹੜੇ ਪ੍ਰਭੂ ਪਰਮਾਤਮਾ ਦੇ ਨਾਲ ਜੀਵ ਮਿਲ ਜਾਂਦੇ ਨੇ, ਜਿਨ੍ਹਾਂ ਮਨੁੱਖਾਂ ਦਾ ਮਨ ਸਦਾ ਖਿੜੇ ਰਹਿੰਦੇ ਨੇ, ਪ੍ਰਭੂ ਵੱਲ ਵਸਦਾ, ਉਹਨਾਂ ਹਿਰਦਿਆਂ ਦੇ ਵਿੱਚ ਪ੍ਰਭੂ ਵਸ ਜਾਂਦਾ ਹੈ। ਉਹ ਸਾਰੇ ਹੀ ਆਤਮਿਕ ਜੀਵਨ ਵਾਲੇ ਹੋ ਜਾਂਦੇ ਨੇ। ਉਹ ਮਨੁੱਖ ਦੁਨੀਆ ਵਿੱਚ ਵੀ ਕਾਮਯਾਬ ਹੁੰਦੇ ਨੇ ਤੇ ਪਰਮਾਤਮਾ ਦੇ ਨਾਮ ਦੀ ਬਰਕਤ ਉਹਨਾਂ ਹਿਰਦਿਆਂ ਦੇ ਅੰਦਰ ਆ ਜਾਂਦੀ ਹੈ,
ਜਿਹੜੇ ਜੀਵ ਪ੍ਰਭੂ ਪਰਮਾਤਮਾ ਦੇ ਨਾਲ जुड़न की कोशिश करते हैं। बसंत चढ़िया फूली बनराए, यह जी जंत फूले हर चित लाए। प्रभु परमात्मा दे नाल जड़े जुड़ते ने असल दे विच उन्हां दे वास्ते ये शोभनीक बसंत है। जदों बसंत का मौसम शुरू हुंदा है ते सारी बनस्पति खिड़ जाती है, तिवें ही जदों जीव हिरदे दे विच प्रभु परमात्मा नाल जुड़दा है, हिरदे दे अंदर चारे पासे खेड़ा ही खेड़ा आ जाता है। इस रचना विच रुत्तां ते महीनियां दा नाम साफ अंकित हैं। समुची रचना दर्शन ते मेल आनंद दे सिखर वल वधदी दिसदी है। शुरू ते आनंद मंगलमई अवसर आसार बनते ने। रचना दे अंत च अपड़दियां जीव प्रभु परमात्मा दे नाल जुड़न की गल कीती जाती है। गुरु साहिब ने रुत्ती काव नूं लोक साहित ते भारती काव्य परंपरा विचों चुक के उन्होंने उद्देशां दी पूर्ति हित वरतिया गया है। यह रचना का संदेश यह है कि रुत्तां विच कुछ नहीं पिया, बल्कि वहिमां भरमां नाल जुड़ के टुट के तुसीं परमात्मा नाल जुड़न की गल कीती गई है। जिस रुत नूं रब्बी याद दे विच लेखे लाया जावे वो मंगलमई हो जाया करदी है। भावें काव्य रूप विच प्रगति दार्शनिक सुर की धारनी है, परंतु उन्हां नूं वर्णक रूप दे विच संभावनावां जीवन दे नाल जुड़दियां हन। इन्हां नूं रुत्तां दे विचों जिवें इन्हां रुत्तां विच पतझड़ सौण बसंत 12 4 रुत्तां दे पाईयां जांदियां हन। हर एक रुत का एक अपना महत्व है। बसंत रुत विच रुत्तां विचों एक रुत मनी जाती है। यह रुत आम फरवरी विच आरंभ होकर बसंत पंचमी श्री पंचमी भी किया जाता है। इस रुत संकेत कड़ाके की सर्दी ठंड तो राहत पा के जां इवें कह लीए कि पंजाबी भाषा विच ठंड नूं पाले नूं संबोधन किया जाता है। हुण इस तो बाद जिहड़ी दूसरी रुत है वह है ग्रीखम रुत। ग्रीखम रुत भाव के थोड़ा जिहा निग लैण दी रुत जां गर्मी दी रुत जिहदे विच जेठ हाड़ दी गल आउंदी है। ग्रीखम रुत अत गाखड़ी जेठ अखाड़े घाम जियो, प्रेम बिछो दुहागणी दृष्ट करी राम जियो, नह दृष्ट आवे मरत हावे महागर्भ मुठिया, जल बाज मछली तड़फड़ावे संग माया रुठिया, कर पाप जोनी पै भीत होए दे सासन जाम जियो, गुणवंत नानक ओट तेरी राख पूर्ण काम जियो। ये दूसरी गर्मी की रुत है। और इस तो अगे जिहड़ी वर्खा की रुत है, वर्खा की रुत दे विच बरसात जी आरंभता हुंदी है, जिसनूं आम तौर दे उत्ते इसनूं भारतीय उप महाद्वीप के अंदर मौसम के विशेष कारणों करके 15 जून तो 15 अक्तूबर तक की क्रिया किया जाता है। जिवें गर्मी की रुत कड़ाके की पैंदी है, उस तो बाद जेठ हाड़ दी धुप्पां तो बाद चारे पासे जदों गर्मी ही गर्मी हुंदी है, उसनूं ठंडिया करन वास्ते वर्खा की रुत की शुरुआत हुंदी है। रुत बरस सुहेलिया सावन भादरे आनंद जियो, कान उन उठे जल थल पूर्ण मकरंद जियो, जेठ हाड़ दी धुप्पां तो बाद फिर सर्दी धुप्पां तो बाद बरसात की रुत हुंदी है। बरसात की रुत तो बाद जिहड़ी अगली रुत है वह है सर्द रुत। अरबी भाषा विच इसनूं सूडान विच रुत नूं इहनूं शिटिवी भी आख्या जाता है। अरबी भाषा दे विच इसनूं ही सर्द रुत आख्या जाता है। सच्चे पातशाह ने रुत सर्द अडंबरो असु कतक के हर प्यास जियो, खोजंती दर्शन फिरत कब मिलिया गुणतास जियो। सच्चे पातशाह ने जदों असू ते कतक दी मिठी मिठी रुत दा आरंभ हुंदा है, तदों हिरदे दे विच प्रभु परमात्मा दे नाल तंग उपजण दी गल कीती है। जीव रूपी आत्मा नूं परमात्मा नाल मिलण दी गल कीती है। चंदन चंदन सर्द रुत मूल न मिटे काम, शीतल थीवै नानका जपंदड़ो हर नाम। बेशक सच्चे पातशाह ने
ਹਿਰਦੇ ਦੇ ਅੰਦਰ परमात्मा के नाम दे नाल शीतलता दे नाल जुड़न की गल कीती है। सच्चे पातशाह ने अगली जी रुत की गल कीती है, वो पंजवीं रुत है ससियार, जो कि माघ ते फगण दे विच जिन्हों ठंड की रुत भी आख्या जाता है, सर्दियों की रुत की शुरुआत हुंदी है, जिहदे विच चारे पासे कई थावां दे उत्ते बर्फ, कई थावां दे उत्ते ठंड पैंदी है, वख-वख थावां दे उत्ते सच्चे पातशाह गुरबाणी दे विच रुत ससियर शीतल हर प्रगटे मगर पूह जियो, जलन बुझी दर्श पाया बिनसे माया त्रोह जियो। सच्चे पातशाह ने मगर ते पूह दे महीने विच सियाल दी रुत दी ठंड दी कड़ाके ठंड वरतदी दी गल कीती है। और छेवीं जिहड़ी रुत है वो हिमकर रुत है, जिहदे विच मगर ते पूह दी गल करदे होया सच्चे पातशाह ने इस नूं हिमकर दी रुत दे दसदे होया, हिमकर रुत मन भावती माघ फगण गुणवंत जियो, सखी सहेली गाओ मंगल गृह आए हर कंत जियो। इस रुत नूं परमात्मा दे नाल जीव आत्मा दी परमात्मा नाल मिलाप दी गल कीती गई है। ते जदों उस प्रभु परमात्मा दे नाल असीं मिलण दीयां गल्लां करदे हां ते साहिबां ने उस रुत नूं बड़े वधिया ढंग दे नाल ये रुती श्लोकां दे अंदर सच्चे पातशाह ने वरतन की गल कीती है। बाकी जदों असीं राग की गल करते हाँ, सचखंड श्री हरमंदर साहिब अमृतसर विखे गुरमत संगीत दे दियां शब्द दियां कीर्तन दियां चौंकियां दा महान केंद्र है। अत संखेप लफ्ज़ां विच इस नूं सतरां नूं भावपूर्वक व्याख्या इस तरह भी की जा सकती है कि यह पावन गुरु दरबार साहिब दुनिया के कोने कोने तो लोग दर्शन करने वास्ते श्रद्धालु आउंदे ने। अमृतसर दे विच सुशोभित दरबार साहिब अलौकिक खिच दर्शनी रूहानी संगीतमई शांत माहौल अजिहा चिर बनता है जो कि अभुल यादां होया करदियां ने। साहिब श्री गुरु ग्रंथ साहिब जी महाराज जी दे अंदर 31 शुद्ध राग ने ते 31 मिश्रित राग ने। इथों तक जिवें शुद्ध राग ने, जिवें श्री राग है, माज है, गौड़ी है, हुण जिहड़े मिश्रित ने गौड़ी दे अंदर भी गौड़ी माज, गौड़ी चेती, गौड़ी दीपकी, इस तरीके नाल मिश्रित राग भी कुल मिला के 62 राग बनते ने, 31 शुद्ध ते 31 मिश्रित जां उप राग भी आख्या जाता है। इथों तक विरासती जो गायन शैली है सुरात्मक आधार होने करके फलस्वरूप उदों ये नवां संगीत पक्ष संगतां सामने आउंदा है जदों बहुत श्रद्धा भावना नाल हर साल पोह दे महीने की आखिरी रात तो आरंभ होके होले महल्ले तक आसा की वार दी चौंकी तक बसंत दी राग नूं गाया जाता है। हजूरी रागी जत्थियां वल्लों हाजिरी लगा के गुरु घर दीयां खुशियां प्राप्त कीतियां जांदियां हन। उंज सुभाविक तौर ते देखिया जावे तो बसंत रुत ते बसंत राग दोहां दा नां समानता होण करके जिथे प्राकृतिक सांझ ते प्रगटावे दी उत्थे व्यवहारिक तौर दे उत्ते मौसमी बदलाव अर्थात ठंड दे जाण दा संकेत आम तौर दे उत्ते असीं आख दिंदे हां कि आई बसंत पाला उडंत दे करके थोड़ा जिहा चर्चा दे विच रहिंदा है। खेतां विच हरियावली ते पीले रंग प्रतीक हुंदा है ते रुत्तां अंदर श्रोमणी राग वजों भी जाणिया जांदा है। बसंत की वार सच्चे पातशाह ने बसंत की राग वार भी इसे उत्ते ही उच्चारण की हुई है। विशेष मर्यादा तो इलावा संगीत जगत विच बसंत ताल नूं बसंत दे नाम दे नाल संबोधन किया जाता है। इस करके बसंत दे लफ्ज बहुपक्षी अर्थ होण करके इन्हां नूं वख-वख रूपां दे विच वख-वख ग्रंथां दे विच असीं जिवें विचारिया है, वख-वख कोशां दे विच लिखिया होया है। प्रोफेसर तारा सिंह रागबंद बसंत रुत दे बारे विच लिखदियां होइयां खोज भरपूर लेख लिखदे ने। भाई नंद लाल जी रचना दे विचों प्रमाण मिलदे ने। बेहोश बाश के हगामे नौबहार
आमद बहार, आमद वाह यार, वाह करार आमद। भाव के इंसान होश संभाल, बसंत की रुत आ गई है, बसंत की रुत आई है, मेरे मित्र आया होया, साडे मन दे अंदर चैन आया है। इत्थे ये दसना जरूरी है कि गुरु ग्रंथ साहिब जी महाराज जी के अंदर जिथे शुद्ध रागां विच पंजवें स्थान दे उत्ते बख्शिश के रूप दे विच बसंत राग पवित्र गुरबाणी विच दर्ज है, उत्थे मिश्रित राग दीयां श्रेणियां दे विच भी बसंत हंडोल करके भी जिक्र आउंदा है। ये गुरबाणी विच दर्ज होण करके गुरमत संगीत दे महान विरासत दे विच एक एक शब्द अनेक बंदिशां पुरातन नवीं प्रचलित दे विच सुनाईयां जांदियां हन। इन्हां नूं सुंदर बंदिशां नूं बकायदा सुर लिपि बंद करके वख-वख संगीत विद्वानां विचों शलाघा योग उपराले करके बंदिशां दा संग्रह पुस्तकां दे रूप दे अंदर गुरबाणी संगीत दा प्रचार समुची मानवता दे भले लई कीता जा रहा है। याद रहे कि सिੱਖੀ महान केंद्र श्री हरमंदर साहिब विखे पुरातन समयां तो दरबार साहिब सत्कारयोग रबाबीए ते रागी सिंह तालबद्ध रूप विच राग बसंत हर साल शब्द कीर्तन गायन करके हाजिरी लवाउंदे आ रहे हैं। सच्चे पातशाह दी रहमत सदका सदा ही ये इस तरीके नाल करदे रहन। संगीतक पक्ष तो अध्ययन किया जावे तां हिंदुस्तानी संगीत पद्धर दे विच राग चंद्राकसार जो कि दे किताब दे अंदर पन्ना 15 दे उत्ते राग बसंत दे क्रियात्मक स्वरूप संबंधी इंज दर्ज है कि दो मध्य कोमल रिदम चढ़तना बसंत कीन सामवादी समादते यह बसंत कह दीन। भाव बसंत विच रे कोमल ते दो मध्यम इलावा अवरोह ते पंचम सुर नहीं लगदे, सावादी ते मां संवादी। उंज संगीत विद्वानां नूं बसंत राग दे सुरात्मक रूप विच विस्तारपूर्वक चर्चा चलदी है। तां चार स्वरूप इस विच स्वीकारे जांदे हन। नंबर 1 पूर्वी अंग दा थाट है बसंत। नंबर 2 बिलावल अंग दा बसंत है। तीसरा है मारवा अंग दा बसंत। चौथा कल्याण दा राग दा रागां दी वर्गीकरण दी अंतरजामी बसंत राग जिथे एक महापुरख राग वजों भी वरतिया महानता दिती जाती है, उथे पटना दे मुहम्मद रजा ने नगमाते आशराफी 1813 ईस्वी च राग बसंत नूं राग हिंडोल राग दी रागणी मन्निया है, क्योंकि आम तौर दे उत्ते ये सिर्फ ते सिर्फ गुरु ग्रंथ साहिब जी महाराज जी दे अंदर बसंत राग ते रागणी मन्निया जाता है। साहिबा ने इस रूप दे अंदर धन गुरु ग्रंथ साहिब जी महाराज जी दे अंदर 1168 पन्ने तो आरंभ हो के 1196 अंग तक दर्ज किया है, राग बसंत दर्ज किया है। गुरबाणी अनुसार गुरु नानक देव जी महाराज जी ने इस दे अंदर 13 शब्द आउंदे ने, गुरु अमरदास जी दे 19, गुरु रामदास जी दे 2, गुरु अर्जन देव जी दे 20 शब्द दर्ज ने। ते राग हिंडोल विच पहले पातशाह दे 5 शब्द ते तीजे पातशाह दे चौथे पातशाह दे 6 शब्द ते पंजवें पातशाह दे 3 शब्द अंकित हैं, पंजवें पातशाह दे 5 शब्द, 9वें पातशाह दे 5 शब्द दर्ज हैं। अंग 1193 ते बसंत दी वार आउंदी है। 1193 अंग ते बसंत की वार महल 5वां दर्ज है, जिस विच 3 पौड़ियां आउंदियां ने। 1193 तो 96 तक भगत बाणी दर्ज है, जिस विच भगत कबीर जी दे 7 शब्द, भगत रामानंद जी का 1 शब्द, भगत रविदास जी का 1 शब्द, भगत नामदेव जी का 3 शब्द आउंदे ने, जबकि राग बसंत विच भगत कबीर जी का 1 ही शब्द दर्ज है। उंज तां बसंत राग रुत जिहड़ी है
ਸਾਰੇ ਇਤਿਹਾਸਕ ਗੁਰੂ ਘਰਾਂ ਵਿੱਚ ਬਸੰਤ ਰਾਗਾਂ ਦੀਆਂ ਸੁਰਾਵਲੀਆਂ ਵਿੱਚ ਕੀਰਤਨ ਹੁੰਦਾ ਹੈ, ਪਰ ਸੱਚਖੰਡ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਿਸ਼ੇਸ਼ ਮਰਿਆਦਾ ਹੈ। ਉਹ ਪੋਹ ਦੇ ਅਖੀਰਲੀ ਰਾਤ ਕਰੀਬ 8:45 ਵਜੇ ਹਰਿਮੰਦਰ ਸਾਹਿਬ ਵਿਖੇ ਇਹ ਆਰੰਭ ਹੋ ਰਹੇ ਕੀਰਤਨ ਦੇ ਦੌਰਾਨ ਉਚੇਚੇ ਤੌਰ ਦੇ ਉੱਤੇ ਹਜ਼ੂਰੀ ਹਾਜ਼ਰੀ ਰਾਗੀ ਜਥੇ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਕੀਰਤਨ ਕਰਦੇ ਹਨ। ਉਪਰੰਤ ਬਸੰਤ ਰਾਗ ਦੀ ਆਰੰਭਤਾ ਹੁੰਦੀ ਹੈ। ਸ਼ਬਦ ਕੀਰਤਨ ਦੀ ਆਰੰਭਤਾ ਵਾਸਤੇ ਅਰਦਾਸ ਹੋਣ ਤੋਂ ਬਾਅਦ ਰਾਗੀ ਜਥੇ ਮਾਹ ਮੁਬਾਰਕੀ ਚੜ੍ਹਿਆ ਬਸੰਤ ਸ਼ਬਦ ਗਾਇਨ ਕਰਕੇ ਨਿਰਧਾਰਤ ਰਾਗ ਵਿੱਚ ਕਰਦੇ ਹਨ। ਇਸ ਤਰ੍ਹਾਂ ਆਸਾ ਦੀ ਵਾਰ ਦੀ ਕੀਰਤਨ ਦੀ ਚੌਂਕੀ ਦੀ ਆਰੰਭਤਾ ਹੁੰਦੀ ਹੈ। ਆਰਤੀ ਦੀ ਚੌਂਕੀ ਛੱਡ ਕੇ ਕੀਰਤਨ ਦੇ ਆਰੰਭਤਾ ਭੋਗ ਤੇ ਸਮੇਂ ਤੇ ਆਰੰਭਤਾ ਸਮੇਂ ਬਸੰਤ ਰਾਗ ਦੀਆਂ ਸੁਰਾਂ ਵਿੱਚ ਕੀਰਤਨ ਕੀਤਾ ਜਾਂਦਾ ਹੈ। ਕੀਰਤਨ ਦੀ ਚੌਂਕੀ ਦੀ ਆਰੰਭਤਾ ਸਮੇਂ ਰਾਗੀ ਸਿੰਘਾਂ ਵੱਲੋਂ ਸਾਜ ਸੁਰ ਕਰਨ ਉਪਰੰਤ ਬਹੁਤ ਹੀ ਸਹਿਜ ਸੁਰਾਂ ਚ ਤਾਲਬੱਧ ਮੰਗਲਾਚਰਨ ਇੱਕ ਤਾਲ ਬਿਲਵੰਤ ਲੈ ਵਿੱਚ ਗਾਇਨ ਕਰਨ ਉਪਰੰਤ ਆਰੰਭ ਕੀਤਾ ਜਾਂਦਾ ਹੈ। 3 ਤਾਲ ਵਿੱਚ ਰੂਪਕ ਝੱਪ ਤਾਲ, ਝੱਪ ਤਾਲ ਤੇ ਮੱਧ ਚਾਲ ਇੱਕ ਤਾਲ ਵਿੱਚ ਕਰ ਦਿੱਤਾ ਜਾਂਦਾ ਹੈ। ਫਿਰ ਇਹ ਸਥਾਈ ਗਾਇਨ ਕੀਤੀ ਜਾਂਦੀ ਹੈ। ਸਹਾਇਕ ਤੇ ਜਥੇਦਾਰ ਰਾਗੀ ਦੋਵੇਂ ਵਾਰੀ-ਵਾਰੀ ਛੋਟੇ-ਛੋਟੇ ਆਲਾਪ ਲੈਂਦੇ ਨੇ। ਬੋਲ ਆਲਾਪ ਦੇ ਹੁੰਦੇ ਨੇ। ਆਕਾਰ ਵਿੱਚ 3 ਤਾਨਾਂ ਤੇ ਬੋਲ ਤਾਨਾਂ ਆਦਿ ਪ੍ਰਯੋਗ ਬਕਾਇਦਾ ਲੈਕਾਰੀ ਦਾ ਇੱਕ ਬਹੁਤ ਹੀ ਸੁੰਦਰ ਤੇ ਪ੍ਰਭਾਵਸ਼ੀਲ ਢੰਗ ਨਾਲ ਕੀਤੇ ਜਾਂਦੇ ਹਨ। ਜਦੋਂ ਦੋਵੇਂ ਰਾਗੀ ਸਿੰਘ ਸ਼ਬਦ ਦੀ ਸਥਾਈ ਨੂੰ ਗਾਇਨ ਕਰਦੇ ਹੁੰਦੇ ਹਨ ਤਾਂ ਜੋੜੀ ਵਾਲਾ ਗੁਰਸਿੱਖ ਛੋਟੇ-ਛੋਟੇ ਮੁਖੜੇ, ਮੋਹਰੇ, ਪਰਨੇ, ਚੱਕਰਦਾਰ ਟੁਕੜਿਆਂ ਤੇ ਬਾਖੂਬੀ ਵਾਦਨ ਕਰਦੇ ਨੇ। ਇਸ ਤਰ੍ਹਾਂ ਤੰਤੀ ਸਾਜ਼ਾਂ ਵਾਲੇ ਸਿੰਘ ਵੀ ਬਹੁਤ ਸ਼ਰਧਾ ਭਾਵਨਾ ਦੇ ਨਾਲ ਇਸੇ ਤਰੀਕੇ ਨਾਲ ਕਰਦੇ ਹਨ। ਉੱਥੇ ਰਾਗੀ ਸਿੰਘ ਸ਼ਬਦ ਦੇ ਅੰਤਰੇ ਤੇ ਤਾਨਾਂ ਤੇ ਆਲਾਪਾਂ ਦੀਆਂ ਤਿਹਾਈਆਂ ਜੋ ਕਿ ਵਧੀਆ ਵੱਧ ਚੜ ਕੇ ਸੁੰਦਰ ਪ੍ਰਯੋਗ ਕਰਦੇ ਨੇ, ਸ਼ਬਦ ਦੀ ਸਮਾਪਤੀ ਕਰ ਦਿੰਦੇ ਨੇ। ਇੱਥੇ ਜ਼ਿਕਰਯੋਗ ਹੈ ਕਿ ਹਾਜ਼ਰ ਸੰਗਤਾਂ ਦੀ ਸੰਗਤੀ ਰੂਪ ਦੇ ਅੰਦਰ ਗਾਇਨ ਕਰਕੇ ਇਹ ਭਰਪੂਰ ਲੈ ਤਾਲ ਦੇ ਵਿੱਚ ਲੈ ਕਰਕੇ ਸ਼ਬਦ ਗਾਇਨ ਕਰਕੇ ਮਾਲਕ ਨਿਰੰਕਾਰ ਦੀ ਪ੍ਰਭੂ ਪਰਮਾਤਮਾ ਦੀ ਜਿੱਥੇ ਉਸਤ ਵਡਿਆਈ ਕਰਦੇ ਨੇ ਉਹ ਲਾਹਾ ਵੀ ਪ੍ਰਾਪਤ ਕਰਦੇ ਨੇ ਤੇ ਉੱਥੇ ਨਾਲ ਹੀ ਪਰਮਾਤਮਾ ਦੇ ਦਰੋਂ ਘਰੋਂ ਖੁਸ਼ੀਆਂ ਵੀ ਪ੍ਰਾਪਤ ਕਰਨ ਦੀ ਕੋਸ਼ਿਸ਼ ਦੇ ਵਿੱਚ ਲੱਗ ਜਾਂਦੇ ਨੇ। ਜਿੱਥੇ ਆਮ ਤੌਰ ਦੇ ਉੱਤੇ ਕੀਰਤਨੀਏ ਬਸੰਤ ਰਾਗ ਵਿੱਚ ਬਸੰਤ ਗਾਇਨ ਕਰਕੇ ਬਸੰਤ ਵਾਰ ਦੀਆਂ 2 ਪੌੜੀਆਂ ਗਾਇਨ ਕਰਦੇ ਨੇ। ਪੌੜੀਆਂ ਤਾਲ ਵਿੱਚ ਹੀ ਪਹਿਲਾਂ ਗਾਇਨ ਕਰਕੇ ਫਿਰ ਤਾਲ ਦੇ ਰਹਿਤ ਦੁਬਾਰਾ ਗਾਇਨ ਕਰਕੇ ਉਪਰੰਤ ਸਧਾਰਨ ਪ੍ਰਚਲਿਤ ਰੀਤਾਂ 'ਚ ਸ਼ਬਦ ਗਾਇਨ ਕਰਦੇ ਹੋਏ ਉਹਨਾਂ ਰਾਗੀ ਸਿੰਘਾਂ ਦੇ ਪੱਧਰ ਤੇ ਵੀ ਜੋ ਸਾਰੀ ਰਾਤ ਕੀਰਤਨ ਦੀ ਚੌਂਕੀ ਜਿੱਥੇ ਬਸੰਤ ਰਾਗ ਦੇ ਸ਼ਬਦ ਗਾਇਨ ਕਰਦੇ ਹਨ ਉੱਥੇ ਬਸੰਤ ਰਾਗ ਤੋਂ ਇਲਾਵਾ ਰਾਗ ਜਿਵੇਂ ਬਸੰਤ ਹੰਡੋਲ ਤੋਂ ਇਲਾਵਾ ਬਸੰਤ ਬਹਾਰ ਆਦਿ ਦੇ ਰਾਗਾਂ ਵਿੱਚ ਵੀ ਗਾਇਨ ਕਰਦੇ ਹਨ। ਗੁਰੂ ਇਸ ਕਰਕੇ ਗੁਰੂ ਦਰਬਾਰ ਦੀਆਂ ਰਹਿਮਤਾਂ ਦੇ ਪਾਤਰ ਬਣਦੇ ਹਨ। ਹਰ ਕੀਰਤਨ ਚੌਂਕੀ ਦੀ ਸਮਾਪਤੀ ਸਮੇਂ ਰਾਗੀ ਸਿੰਘ ਪਹਿਲਾਂ ਪਾਤਸ਼ਾਹ ਜੀ ਦੀ ਰਚਿਤ ਸ਼ਲੋਕ ਜਿਹੜਾ ਨਾ ਮੈਲਾ ਨਾ ਧੁੰਦਲਾ ਨਾ ਭਗਵਾਨਾ ਕੱਚ ਦਾ ਸ਼ਬਦ ਜੋ ਕਿ 1099 ਪੰਨੇ ਦੇ ਉੱਤੇ ਸੁਸ਼ੋਭਿਤ ਹੈ ਉਸ ਦਾ ਗਾਇਨ ਕਰਦੇ ਨੇ। ਉਪਰੰਤ ਰਾਗੀ ਸਿੰਘ ਦਾ ਜਥਾ ਸਮੂਹਕ ਤੌਰ ਦੇ ਉੱਤੇ ਬਸੰਤ ਕੀ ਵਾਰ ਦੀ 3ਜੀ ਪੌੜੀ ਕਿੱਥੋਂ ਉਪਜੇ ਕਹਿ ਰਿਹਾ ਕਹਿ ਮਾਹੇ ਸਮਾਵੇ ਨੂੰ ਗਾਇਨ ਕਰਦੇ ਨੇ, ਤਾਲ ਸਹਿਤ ਗਾਇਨ ਕਰਦੇ ਨੇ। ਫਿਰ ਸਹਾਇਕ ਰਾਗੀ ਦੁਬਾਰਾ ਤਾਲ ਰਹਿਤ ਗਾਇਨ ਕਰਦੇ ਨੇ। ਉਪਰੰਤ ਜਪ ਸਾਹਿਬ ਜੀ ਦੀ ਪੌੜੀ ਦਾ ਜੋ ਕਿ ਸ਼ਲੋਕ ਹੈ ਇਹ ਅਖੀਰਲੀ ਪੌੜੀ ਦੇ ਰੂਪ ਦੇ ਵਿੱਚ ਪੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਵਾਲਾ ਸ਼ਲੋਕ ਪੜ੍ਹਦੇ ਨੇ। ਗਾਇਨ ਕਰਨ ਦੇ ਬਸੰਤ ਰਾਗ ਦੀਆਂ ਸੁਰਾਵਲੀਆਂ ਕਰਕੇ ਚੌਂਕੀ ਦੀ ਸਮਾਪਤੀ ਕਰਦੇ ਨੇ। ਫਿਰ ਫਤਿਹ ਬੁਲਾਈ ਜਾਂਦੀ ਹੈ। ਇਹ ਹੋਲੇ ਮੁਹੱਲੇ ਦੇ ਦਿਹਾੜੇ ਤੇ ਆਸਾ ਦੀ ਵਾਰ ਕੀਰਤਨ ਚੌਂਕੀ ਉਚੇਚੇ ਤੌਰ ਦੇ ਉੱਤੇ ਅਰਦਾਸੀ ਸਿੰਘ
ਬਸੰਤ ਰਾਗ ਦੇ ਸ਼ਬਦਾਂ ਨੂੰ ਗਾਇਨ ਕਰਕੇ ਸਮਾਪਤੀ ਦੀ ਅਰਦਾਸ ਲਈ ਬੇਨਤੀ ਕੀਤੀ ਜਾਂਦੀ ਹੈ। ਤੇ ਇਸ ਦੇ ਨਾਲ, ਇਸ ਤਰੀਕੇ ਦੇ ਨਾਲ ਅਖੀਰ ਦੇ ਵਿੱਚ ਗੁਰੂ ਪਾਤਸ਼ਾਹ ਦੀ ਮਿਹਰ ਦੇ ਸਦਕਾ ਜੋ ਗੁਰਮਤਿ ਦੇ ਅਨੁਸਾਰ ਬਸੰਤ ਰਾਗ ਦੀ ਸਮਾਪਤੀ ਹੁੰਦੀ ਹੈ, ਬਸੰਤ ਰੁੱਤ ਦੇ ਅਨੁਸਾਰ ਬਸੰਤ ਰਾਗ ਦੀ ਸਮਾਪਤੀ ਹੁੰਦੀ ਹੈ। ਇਹ ਜੋ ਕਿ ਗੁਰਮਤਿ ਦੇ ਅਨੁਸਾਰ ਸੱਚੇ ਪਾਤਸ਼ਾਹ ਨੇ ਗੁਰਮਤਿ ਸੰਗੀਤ ਮਰਿਆਦਾ ਦੇ ਅਨੁਸਾਰ ਤੇ ਗੁਰਮਤਿ ਦੇ ਵਿੱਚ ਸਾਨੂੰ ਰੁੱਤ ਨੂੰ ਮਾਨਣ ਦੀ ਗੱਲ ਸਮਝਾਉਣਾ ਕੀਤੀ ਗਈ ਹੈ ਕਿ ਇਸ ਰੁੱਤ ਦੇ ਵਿੱਚ ਪਰਿਪੂਰਨ ਪ੍ਰਭੂ ਪਰਮਾਤਮਾ ਜਿੱਥੇ ਸਾਰੀਆਂ ਖੁਸ਼ੀਆਂ ਵੰਡਦੇ ਨੇ, ਜਿੱਥੇ ਪਤਝੜ ਤੋਂ ਬਾਅਦ ਫਿਰ ਨਵੀਂ ਰੁੱਤ ਆਉਂਦੀ ਹੈ, ਖੁਸ਼ੀਆਂ ਖੇੜੇ ਲੈ ਕੇ ਆਉਂਦੇ ਨਵੇਂ, ਕਿਉਂਕਿ ਚੇਤ ਦੇ ਮਹੀਨੇ ਤੋਂ ਹੀ ਨਵੇਂ ਸਾਲ ਦੀ ਆਰੰਭਤਾ ਹੁੰਦੀ ਹੈ। ਸਾਨੂੰ ਨਾਨਕਸ਼ਾਹੀ ਕੈਲੰਡਰ ਦੇ ਅਨੁਸਾਰ ਚੇਤ ਦਾ ਮਹੀਨਾ ਦੇਸੀ ਮਹੀਨਿਆਂ ਦੇ ਅੰਦਰ ਪਹਿਲਾ ਮਹੀਨੇ ਦੀ ਆਰੰਭਤਾ ਹੁੰਦੀ ਹੈ ਤੇ ਸੱਚੇ ਪਾਤਸ਼ਾਹ ਨੇ ਇੱਕ ਨਵੇਂ ਮਹੀਨੇ ਦੀ ਆਰੰਭਤਾ ਦੇ ਉੱਤੇ, ਨਵੀਂ ਰੁੱਤ ਦੀ ਆਰੰਭਤਾ ਦੇ ਉੱਤੇ ਪਰਿਪੂਰਨ ਪ੍ਰਭੂ ਪਰਮਾਤਮਾ ਦੇ ਨਾਲ ਜੋੜਨ ਦੀ ਗੱਲ ਸਮਝਾਉਣਾ ਕੀਤੀ ਹੈ। ਸੋ ਕੋਸ਼ਿਸ਼ ਕਰਨੀ ਹੈ ਕਿ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਹੁਣ ਜੋ ਗੁਰਮਤਿ ਸੰਗੀਤ ਦੇ ਅਨੁਸਾਰ ਦਰਬਾਰ ਸਾਹਿਬ ਬਸੰਤ ਰੁੱਤ ਦੇ ਸ਼ਬਦ ਪੜ੍ਹੇ ਜਾਂਦੇ ਨੇ, ਅਸੀਂ ਉਹਨਾਂ ਨੂੰ ਲਾਹਾ ਲੈ ਸਕੀਏ। ਸੋ ਇਸ ਦੇ ਵਿੱਚ ਕਾਫੀ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਇਆਂ, ਗੁਰਮਤਿ ਦੀਆਂ ਗੱਲਾਂ ਦੀ ਸਾਂਝ ਪਾਉਂਦਿਆਂ ਹੋਇਆਂ ਬੇਅੰਤ ਭੁੱਲਾਂ ਚੁੱਕਾਂ ਹੁੰਦੀਆਂ ਨੇ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।